ਜਾਏ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂਦ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਬਾਹੋ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰਈ ਕੀਤਾ। ਡੱਢੋ ਲਿਕਾ ਮਾਂ ਪੁੱਛੈ, ਤੂੰ ਸਾਵਾਣੀ ਹੈ ਕਿ ਸੁਰੀਤਾ। ਸਾਵਾਣੀ ਹਾਂ ਮੈਂ ਜਨਮ ਦੀ, ਨਾਮ ਨ ਭਗਤੀ ਕਰਮ ਦ੍ਰਿੜੀਤਾ। ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਪਰਮੇਸ਼ਰ ਆਰਾਧੀਐ, ਜਿਦੂ ਹੋਈਐ ਪਤਿਤ ਪੁਨੀਤਾ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਨਾਰਦ ਮੁਨ ਉਪਦੇਸਿਆ, ਨਾਉ ਨਿਧਾਨ ਅਮਿਓ ਰਸ ਪੀਤਾ। ਪਿਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰਹੁ ਨਿਤ ਨੀਤਾ। ਹਾਰ ਚਲੇ ਗੁਰਮੁਖ ਜਗ ਜੀਤਾ। ਧਰੂ ਹੱਸਦਾ ਘਰ ਆਇਆ, ਚਵਰ ਛਤਰ ਤਖਤ ਦੇ ਮਾਲਕ, ਜੁਗ ਜੁਗ ਅਟਲ। ਗਰੀਬ ਨਵਾਜ ਸੱਚੇ ਪਾਤਸ਼ਾਹ, ਪਤਿਤ ਪਾਵਨ ਕਿਰਪਾ ਨਿਧਾਨ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੀ ਹੋਈ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਸਤ ਸੰਗਤ ਜੀਓ। ਆਪ ਜੀ ਸਰਬੱਤ ਸੰਗਤ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਬਾਰਕ ਚਰਨ ਕਮਲਾਂ ਦੇ ਵਿੱਚ ਜੁੜ ਕਰਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ ਗੁਰੂ ਘਰ ਦੇ ਵਿੱਚ ਤਤ ਬੇਤੇ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਜਵਾਹਰ ਦਾਸ ਜੀ ਦੇ ਪਾਵਨ ਤਪ ਅਸਥਾਨ 'ਤੇ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਹਨ। ਸਰਬੱਤ ਸੰਗਤ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਜੋ ਬਾਣੀ ਹੈ, ਜਿਹਨੂੰ ਸੱਚੇ ਪਾਤਸ਼ਾਹ ਗੁਰਦੇਵ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰਬਾਣੀ ਦੀ ਕੁੰਜੀ ਕਹਿ ਕਰਕੇ ਨਿਵਾਜਿਆ ਹੈ। ਔਰ ਉਹਨਾਂ ਦੀ ਪਾਵਨ ਪਵਿੱਤਰ ਕਥਾ ਵਿਚਾਰ ਆਪਾਂ ਵਾਰਾਂ ਦੀ ਸਰਵਣ ਕਰ ਰਹੇ ਹਾਂ। ਆਓ ਹੁਣ ਸਰਬੱਤ ਸੰਗਤ ਬੜੇ ਹੀ ਪ੍ਰੇਮ ਸਹਿਤ ਮਨ ਚਿਤ ਬਿਰਤੀ ਨੂੰ ਇਕਾਗਰ ਕਰਕੇ
ਭਗਤ ਧਰੂ ਸਾਹਿਬ ਦੀ ਜੋ ਪਾਵਨ ਜੀਵਨ ਕਥਾ ਹੈ, ਉਹਨਾਂ ਦੀ ਜੋ ਸਾਖੀ ਹੈ, ਉਹਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਆਪਣੀ ਵਾਰ 10ਵੀਂ ਦੇ ਵਿੱਚ ਪਹਿਲੀ ਪੌੜੀ ਦੇ ਵਿੱਚ ਕਲਮਬੰਦ ਕੀਤਾ ਹੈ ਅਤੇ 10ਵੀਂ ਵਾਰ ਦੇ ਵਿੱਚ ਪੁਰਾਤਨ ਸਮੇਂ ਅੰਦਰ ਹੋ ਚੁੱਕੇ ਭਗਤਾਂ ਦੀਆਂ ਹੀ ਜੀਵਨ ਕਥਾਵਾਂ ਹਨ, ਉਹਨਾਂ ਦੀ ਮਹਿਮਾ ਹੈ, ਉਹਨਾਂ ਦੀਆਂ ਸਾਖੀਆਂ ਹਨ। ਆਓ ਸਰਬੱਤ ਸੰਗਤ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਰਾਜਾ ਉਤਾਨਪਦ ਬਹੁਤ ਵੱਡਾ ਰਾਜਾ ਹੈ ਔਰ ਇਹਦੀਆਂ ਦੋ ਸਤ ਸੰਗਤ ਜੀ ਘਰ ਵਾਲੀਆਂ ਦੋ ਇਸਤਰੀਆਂ ਹਨ ਤੇ ਇੱਕ ਦੇ ਘਰ ਦੇ ਵਿੱਚ ਜਿਹੜਾ ਬੱਚਾ ਹੈ ਉਹ ਧਰੂ ਭਗਤ ਹੈ ਤੇ ਦੂਸਰੀ ਜਿਹੜੀ ਹੈ ਉਹਦੇ ਘਰ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਉਹਦੇ ਘਰ ਦੇ ਵਿੱਚ ਪੁੱਤਰ ਹੈ ਜਿਹੜਾ ਉਹਦਾ ਨਾਮ ਹੈ ਉੱਤਮ। ਸੋ ਭਗਤ ਧਰੂ ਦੀ ਜਿਹੜੀ ਮਾਤਾ ਹੈ ਉਹਦਾ ਨਾਮ ਹੈ ਸੁਨੀਤਾ। ਇੱਕ ਦਿਨ ਭਗਤ ਧਰੂ ਸਾਹਿਬ ਜੀ ਬਾਲਕਾਂ ਨਾਲ ਬੱਚਿਆਂ ਨਾਲ ਖੇਡਦੇ ਖੇਡਦੇ ਹੋਏ ਧਰੂ ਹੱਸਦਾ ਘਰ ਆਇਆ। ਬਾਹਰੋਂ ਖੇਡਦੇ ਹੋਏ ਬੱਚਿਆਂ ਦੇ ਨਾਲ ਘਰ ਦੇ ਵਿੱਚ ਆਏ, ਮਹਿਲ ਵਿੱਚ ਆਏ ਹਨ ਤੇ ਜਦੋਂ ਆਪਣੇ ਬੱਚੇ ਨੂੰ ਆਉਂਦਾ ਹੋਇਆ ਦੇਖ ਕਰਕੇ ਕਰ ਪਿਆਰ ਪਿਓ ਕੁਛੜ ਲੀਤਾ। ਪਿਤਾ ਨੇ ਆਪਣੀ ਗੋਦੀ ਦੇ ਵਿੱਚ ਬਿਠਾ ਲਿਆ, ਪਿਆਰ ਕੀਤਾ। ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ, ਮੱਥਾ ਪਲੋਸਿਆ, ਪਿਆਰ ਕਰਨਾ ਕੀਤਾ ਹੈ। ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰਈ ਕੀਤਾ। ਹੁਣ ਭਗਤ ਧਰੂ ਸਾਹਿਬ ਜਿਹੜੇ ਹਨ ਇਹਨਾਂ ਨੂੰ ਇੰਨਾ ਅਧਿਕਾਰ ਪ੍ਰਾਪਤ ਨਹੀਂ ਸੀ ਕਿ ਉਹ ਆਪਣੇ ਪਿਤਾ ਉਤਾਨਪਦ ਰਾਜੇ ਦੀ ਗੋਦੀ ਵਿੱਚ ਬੈਠ ਸਕਣ, ਕਿਉਂਕਿ ਇੱਕ ਇਹਦੀ ਮਾਂ ਜਿਹਨੇ ਜਨਮ ਦਿੱਤਾ ਔਰ ਦੂਜੀ ਜਿਹੜੀ ਹੈ ਮਤਰਈ ਮਾਤਾ ਹੈ ਤੇ ਰਾਜਾ ਜਿਹੜਾ ਸੀ ਉਹਦਾ ਜਿਹੜਾ ਪਿਆਰ ਸੀ, ਜੋ ਮੋਹ ਸੀ, ਲਗਾਵ ਸੀ, ਉਹ ਭਗਤ ਧਰੂ ਦੀ ਮਾਤਾ ਨਾਲ ਨਹੀਂ ਹੈ, ਉਹ ਦੂਸਰੀ ਨਾਲ ਹੀ ਹੈ। ਤੇ ਜਦੋਂ ਉਸ ਨੇ ਦੇਖ ਲਿਆ ਕਿ ਰਾਜੇ ਦੀ ਗੋਦੀ ਵਿੱਚ ਧਰੂ ਬੈਠਾ ਹੈ ਅੱਜ, ਉਹਨੇ ਮਨ ਵਿੱਚ ਬਹੁਤ ਗੁੱਸਾ ਕੀਤਾ ਮਤਰਈ ਮਾਂ ਨੇ ਔਰ ਬਾਹਾਂ ਤੋਂ ਪਕੜ ਕਰਕੇ ਉਠਾ ਦਿੱਤਾ ਹੈ ਗੁੱਸਾ ਕਰਕੇ। ਰਾਜਾ ਉੱਥੇ ਦੇਖਦਾ ਰਹਿ ਗਿਆ, ਉਤਾਨਪਦ ਰਾਜਾ, ਵੀ ਮੈਂ ਇਹਨੂੰ ਕੁਝ ਕਵਾਂ, ਇਹ ਮੇਰੇ ਪੁੱਤਰ ਨੂੰ ਕਿਉਂ ਇਸ ਤਰ੍ਹਾਂ ਕਹਿ ਰਹੀ ਹੈ ਤੇ ਪੁੱਤਰ ਉਹ ਵੀ ਉਸ ਦਾ ਹੀ ਹੈ। ਪਰ ਸਾਧ ਸੰਗਤ ਜੀ ਜਿਹੜੇ ਪੁਰਖ ਮਹਾਰਾਜ ਗੁਰੂ ਗੁਰਦੇਵ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਜਿਹੜੇ ਇਸਤਰੀਆਂ ਦਾ ਕਿਹਾ ਹੋਇਆ ਪੁਰਖ ਮੰਨਦੇ ਹਨ, ਉਹ ਵਿਅਕਤੀ ਜਿਹੜੇ ਹਨ ਮੂਰਖ ਲੋਕ ਹਨ। ਭਾਵ ਇੱਥੇ ਇਹ ਨਹੀਂ ਕਿ ਆਪਾਂ ਇਸਤਰੀ ਦੀ ਆਪਣੀ ਘਰਵਾਲੀ ਦੀ ਗੱਲ ਹੀ ਕੋਈ ਨਹੀਂ ਮੰਨਣੀ। ਭਾਵ ਜਦੋਂ ਕੋਈ ਘਰਵਾਲੀ ਪੁੱਠੀ ਮੱਤ ਆਖੇ ਵੀ ਆਹ ਕੰਮ ਕਰ, ਉੱਤੇ ਵਿਚਾਰ ਕਰਨੀ ਬਣਦੀ ਹੈ। ਜੋਰਾਂ ਦਾ ਆਖਿਆ ਪੁਰਖ ਕਮਾਵਦੇ ਸੇ ਅਮੇਦ ਖੱਲਾ, ਮਹਾਰਾਜ ਨੇ ਐਸਾ ਸ਼ਬਦ ਉਚਾਰਿਆ ਹੈ। ਜਿਹੜੇ ਐਸੇ ਸਮੇਂ ਦੇ ਵਿੱਚ ਭਾਵ ਕਿ ਗਲਤ ਫੈਸਲਾ ਲੈਣਾ ਉਹ ਠੀਕ ਨਹੀਂ ਹੈ, ਉਹ ਪੁਰਸ਼ ਨੂੰ ਭਾਉਂਦਾ ਨਹੀਂ। ਤੇ ਬੱਚੇ ਦੇ ਮੂੰਹ ਤੇ ਚਪੇੜ ਵੀ ਮਾਰੀ। ਭਗਤ 5 ਸਾਲ ਦਾ ਸੀ ਧਰੂ ਭਗਤ, ਚਪੇੜ ਵੀ ਮਾਰਨੀ ਕੀਤੀ, ਰਵਾਇਆ ਵੀ ਔਰ ਇੱਕ ਬਹੁਤ ਵੱਡਾ ਤਾਨਾ ਮਾਰਿਆ ਜਿਹੜਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਇਤਿਹਾਸਕ ਗ੍ਰੰਥ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਹੈ। ਸ਼੍ਰੀ ਨਾਨਕ ਪ੍ਰਕਾਸ਼ ਵਿੱਚ ਸਾਖੀ ਆਉਂਦੀ ਹੈ। ਮਾਤਾ ਜਿਹੜੀ ਸੀ ਮਤਰਈ ਉਹ ਕਹਿਣ ਲੱਗੀ ਕਿ ਧਰੂ ਜੇਕਰ ਤੂੰ ਆਪਣੇ ਪਿਤਾ ਦੀ ਗੋਦੀ ਦੇ ਵਿੱਚ ਬੈਠਣਾ ਸੀ ਨਾ, ਫਿਰ ਤੈਨੂੰ ਇੱਕ ਕਰਮ ਕਰਨਾ ਚਾਹੀਦਾ ਸੀ, ਤੂੰ ਮੇਰੇ ਪੇਟ ਤੋਂ ਜੰਮਣਾ ਸੀ। ਇਹ ਵੱਡਾ ਤਾਨਾ ਮਾਰਿਆ ਵੀ ਜੇ ਤੂੰ ਇਸ ਗੋਦੀ ਵਿੱਚ ਬੈਠਣਾ ਸੀ ਫਿਰ ਮੇਰੇ ਪੇਟ ਤੋਂ ਜਨਮ ਲੈਣਾ ਸੀ,
ਫਿਰ ਤੈਨੂੰ ਇਹ ਪਦਵੀ ਪ੍ਰਾਪਤ ਹੋਣੀ ਸੀ। ਇਹ ਐਸਾ ਤਾਨਾ ਮਾਰਿਆ, ਔਰ ਬਾਲਕ ਸੀ ਭਗਤ, 5 ਸਾਲ ਦੀ ਉਮਰ ਸਾਰੀ ਬੱਚੇ, ਤੇ ਰੋਂਦਾ ਰੋਂਦਾ ਫਿਰ ਸਾਧ ਸੰਗਤ ਜੀ ਗਿਆ ਉੱਥੋਂ। ਕਿਸੇ ਨੇ ਚੁੱਪ ਨਹੀਂ ਕਰਾਇਆ। ਡੱਡੋ ਲਿਕਾ ਮਾਂ ਪੁੱਛੈ, ਤੂੰ ਸਵਾਣੀ ਹੈ ਕਿ ਸੁਰੀਤਾ। ਰੋਂਦਾ ਹੋਇਆ, ਬੁਸਕਦਾ ਹੋਇਆ। ਡੱਡੋ ਲਿਕਾ ਭਾਵ ਲੰਮੇ ਲੰਮੇ ਹੌਕੇ, ਲੰਮੇ ਠੰਡੇ ਸਵਾਸ ਭਰਦਾ ਹੋਇਆ, ਬੁਸਕਦਾ ਹੋਇਆ ਮਾਂ ਦੇ ਕੋਲ ਜਾ ਕੇ ਰੋਂਦਾ ਹੋਇਆ ਪੁੱਛਦਾ। ਜਦੋਂ ਮਾਤਾ ਨੇ ਦੇਖਿਆ ਤੇ ਮਾਤਾ ਦੀ ਵੀ ਬੁਰੀ ਹਾਲਤ ਹੋ ਗਈ ਕਿ ਮੇਰੇ ਪੁੱਤਰ ਨੂੰ ਕਿਸ ਨੇ ਮਾਰਿਆ ਹੈ। ਸੋ ਮਾਤਾ ਨੇ ਜਦੋਂ ਦੇਖਿਆ ਤੇ ਮਾਂ ਨੂੰ ਉਹਨੇ ਇੱਕ ਪ੍ਰਸ਼ਨ ਕੀਤਾ, ਚੁੱਪ ਕਰਾਉਂਦੀ ਮਾਤਾ। ਅੱਗਿਓਂ ਧਰੂ ਸਾਹਿਬ ਪੁੱਛਦੇ, ਹੈ ਮਾਤਾ ਜੀ, ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੂੰ ਸਵਾਣੀ ਹੈ ਕਿ ਸੁਰੀਤਾ? ਭਾਵ ਤੂੰ ਰਾਣੀ ਹੈ ਇਸ ਘਰ ਦੇ ਵਿੱਚ ਕਿ ਜਾਂ ਤੂੰ ਇੱਥੋਂ ਦੀ ਗੋਲੀ ਹੈ? ਆਪਣੀ ਮਾਤਾ ਸੁਨੀਤਾ ਦੇ ਕੋਲ ਜਾ ਕੇ ਇਸਨੇ ਪੁੱਛਿਆ ਸੀ, ਸਵਾਣੀ ਹੈ ਕਿ ਸੁਰੀਤਾ? ਤੂੰ ਇੱਥੋਂ ਦੀ ਸਵਾਣੀ ਰਾਣੀ ਹੈ ਕਿ ਜਾਂ ਇੱਥੋਂ ਦਾ ਕੰਮਕਾਰ ਕਰਨ ਵਾਲੀ, ਜਿਵੇਂ ਰਾਜੇ ਮਹਿਲਾਂ ਦੇ ਵਿੱਚ ਹੁੰਦੀਆਂ ਨੇ ਬਹੁਤ ਜ਼ਿਆਦੀਆਂ ਗੋਲੀਆਂ ਦਾਸੀਆਂ, ਉਹ ਹੈ? ਇਹਦਾ ਜਵਾਬ ਮੈਨੂੰ ਦਿੱਤਾ ਜਾਏ। ਇਹ ਪ੍ਰਸ਼ਨ ਸੀ ਇੱਕ। ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਮਾਤਾ ਕਹਿਣ ਲੱਗੀ ਕਿ ਪੁੱਤਰ ਧਰੂ, ਗੱਲ ਇਸ ਤਰ੍ਹਾਂ ਹੈ, ਮੈਂ ਜਨਮ ਦੀ ਤਾਂ ਸਵਾਣੀ ਹੀ ਹਾਂ। ਮੇਰਾ ਜਿਹੜਾ ਜਨਮ ਹੈ ਉਹ ਵੀ ਰਾਜੇ ਦੇ ਘਰ ਹੋਇਆ, ਰਾਜੇ ਦੀ ਪੁੱਤਰੀ। ਤੇਰਾ ਨਾਨਕਾ ਪਰਿਵਾਰ ਵੀ ਸਾਰਾ ਜਿਹੜਾ ਹੈ ਉਹ ਵੀ ਰਾਜੇ ਹੀ ਹਨ। ਜਨਮ ਤੋਂ ਹੀ ਮੈਂ ਸਵਾਣੀ ਹਾਂ। ਪਰ ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਨਾਮ ਨਹੀਂ ਜਪਿਆ, ਪਰਮੇਸ਼ਰ ਦੀ ਬੰਦਗੀ ਮੈਂ ਕੀਤੀ ਨਹੀਂ ਹੈ, ਇਹ ਤਾਂ ਕਰਮ ਮੈਂ ਦ੍ਰਿੜ ਹੀ ਨਹੀਂ ਕੀਤਾ। ਰਾਜ ਮੈਨੂੰ ਕਿੱਦਾਂ ਪ੍ਰਾਪਤ ਹੋ ਸਕੇ? ਸੋ ਰਾਜ ਭਾਗ ਸਤ ਸੰਗਤ ਜੀ ਇਹ ਪ੍ਰਾਪਤ ਹੁੰਦੇ ਹਨ ਜਦੋਂ ਕੋਈ ਪਰਮੇਸ਼ਰ ਦਾ ਨਾਮ ਜਪਦਾ ਹੈ। ਨਾਮ ਤੋਂ ਬਿਨਾਂ, ਪਰਮੇਸ਼ਰ ਦੀ ਬੰਦਗੀ ਕਰਨ ਤੋਂ ਬਿਨਾਂ ਤੇ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਸੋ ਇੱਥੇ ਫਿਰ ਧਰੂ ਦੀ ਮਾਤਾ ਨੇ ਇਹ ਵੀ ਦੱਸਿਆ ਕਿ ਪੁੱਤਰ ਦੇਖ, ਜਿਹੜਾ ਬ੍ਰਹਮਾ ਜੀ ਹੈ ਉਹਨੂੰ ਵੀ ਜਿਹੜੀ ਦੇਵਤਿਆਂ ਦੇ ਵਿੱਚ ਏਡੀ ਵੱਡੀ ਉਪਾਧੀ ਪ੍ਰਾਪਤ ਹੈ ਉਹ ਵੀ ਉਹਦੇ ਤਪ ਕਰਨ ਕਰਕੇ ਹੀ ਹੈ। ਜਿਹੜਾ ਤੇਰਾ ਦਾਦਾ ਹੋਇਆ ਹੈ ਸ਼ੰਭੂ ਮੁਨ ਰਾਜਾ, ਉਹ ਵੀ ਨਾਮ ਜਪਿਆ ਸੀ ਔਰ ਉਹਨੇ ਤਪ ਕੀਤੇ ਸਨ ਤੇ ਬਹੁਤ ਵੱਡੇ ਜੱਗ ਵੀ ਕੀਤੇ ਸਨ, ਦਾਨ ਪੁੰਨ ਕੀਤਾ ਸੀ ਤੇ ਏਡਾ ਰਾਜ ਭਾਗ ਤੇਰੇ ਦਾਦੇ ਨੂੰ ਮਿਲਿਆ ਸੀ। ਮਰਨ ਤੋਂ ਬਾਅਦ ਵੀ ਉਹ ਮੁਕਤ ਹੋ ਗਿਆ ਨਾਮ ਜਪਣ ਕਰਕੇ। ਸੋ ਇਹ ਇੱਥੇ ਗੱਲ ਕਹੀ ਕਿ ਪੁੱਤਰ ਸਵਾਣੀ ਹਾਂ ਜਨਮ ਦੀ, ਹੈ ਤਾਂ ਜਨਮ ਤੋਂ ਮੈਂ ਰਾਣੀ, ਵਿਆਹ ਕੇ ਲਿਆਂਦਾ ਹੈ ਰਾਜੇ ਨੇ, ਪਰ ਨਾਮ ਨਾ ਭਗਤੀ ਕਰਮ ਦ੍ਰਿੜਤਾ, ਨਾਮ ਨਹੀਂ ਜਪਿਆ, ਭਗਤੀ ਨਹੀਂ ਕੀਤੀ, ਕੋਈ ਕਰਮ ਪੁੰਨ ਕਮਾਇਆ ਹੀ ਨਹੀਂ ਹੈ। ਸੋ ਪੁੰਨ ਕਰਮ ਕਰੋਗੇ ਤੇ ਹਮੇਸ਼ਾ ਤੁਹਾਨੂੰ ਸਤ ਸੰਗਤ ਜੀ ਸੁੱਖ ਪ੍ਰਾਪਤ ਹੁੰਦਾ ਹੈ। ਭਗਤੀ ਕਰੋਗੇ ਪਰਮੇਸ਼ਰ ਦੀ, ਹੁਣ 2 ਪ੍ਰਕਾਰ ਦੀ ਭਗਤੀ ਹੈ, ਸਕਾਮ ਤੇ ਨਿਸ਼ਕਾਮ। ਸਕਾਮ ਤੁਸੀਂ ਜੇ ਕੋਈ ਇੱਛਾ ਰੱਖ ਕਰਕੇ ਕਰੋਗੇ ਉਹ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਜੇਕਰ ਨਿਸ਼ਕਾਮ ਕਰੋਗੇ ਤੇ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਫਿਰ ਅੱਗੇ ਮਾਤਾ ਨੂੰ ਪੁੱਛਦਾ ਹੈ, ਪ੍ਰਸ਼ਨ ਕਰਦਾ ਹੈ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਹੇ ਮਾਤਾ ਜੀ ਇਹ ਦੱਸੋ, ਕਿਹੜੇ ਯਤਨ ਕਰਨ ਦੇ ਕਰਕੇ ਮੈਨੂੰ ਰਾਜ ਭਾਗ ਪ੍ਰਾਪਤ ਹੋਵੇਗਾ? ਕੀ ਮੈਂ ਕਰਾਂ ਜਿਹਦੇ ਕਰਕੇ ਮੈਂ ਰਾਜ ਗੱਦੀ ਤੇ ਬੈਠਾ ਮਾਤਾ ਜੀ? ਔਰ ਆ ਜਿਹੜੇ ਦੁਸ਼ਮਣ ਸਭ ਬਣੇ ਫਿਰਦੇ ਨੇ ਇਹ ਵੀ ਮਿੱਤਰ ਬਣ ਜਾਣ, ਭਾਵ ਕੇ ਅਧੀਨ ਹੋ ਜਾਵਣ, ਉਹ ਕਿਹੜਾ ਯਤਨ ਹੈ? ਇਹ ਪ੍ਰਸ਼ਨ ਕੀਤਾ। ਸੋ ਅੱਗੇ ਮਾਤਾ ਜੀ ਨੇ ਕੀ ਉਪਦੇਸ਼ ਦਿੱਤਾ ਹੈ ਪੁੱਤਰ ਨੂੰ? ਧਰੂ ਜੀ ਨੂੰ ਕਹਿਣ ਲੱਗੇ, ਮਾਤਾ ਜੀ ਪਰਮੇਸ਼ਰ ਆਰਾਧੀਐ, ਜਿੱਦੂ ਹੋਈਐ ਪਤਿਤ ਪੁਨੀਤਾ। ਬੱਚਾ ਪਰਮੇਸ਼ਰ ਦਾ ਨਾਮ ਜਪਣ ਕਰਕੇ ਉਸ ਵਾਹਿਗੁਰੂ ਸਾਹਿਬ ਦਾ ਜੀਵ ਪਵਿੱਤਰ ਹੁੰਦਾ ਹੈ। ਇਹਦੇ ਅੰਦਰ ਇਹਦਾ ਹਿਰਦਾ ਸਾਫ਼ ਹੋ ਜਾਂਦਾ ਹੈ ਤੇ ਰਾਜ ਭਾਗ ਵੀ ਜਿਹੜੇ ਹਨ ਇਹ ਰੱਬ ਜੀ ਦੇ ਨਾਮ ਜਪਣ ਕਰਕੇ ਹੀ ਪ੍ਰਾਪਤ ਹੁੰਦੇ ਹਨ।
ਅੰਦਰ ਹਿਰਦਾ ਵੀ ਜੇ ਪਾਕ ਸਾਫ਼ ਕਰਨਾ ਤੇ ਪਰਮੇਸ਼ਰ ਦੇ ਨਾਮ ਕਰਕੇ ਹੀ ਹੋਵੇਗਾ। ਇਹ ਉਪਦੇਸ਼ ਆਪਣੇ ਪੁੱਤਰ ਨੂੰ 5 ਸਾਲਾਂ ਦੀ ਉਮਰ ਵਿੱਚ ਦਿੱਤਾ ਗਿਆ। ਪੁਰਾਤਨ ਜਿਹੜੇ ਗ੍ਰੰਥ ਨੇ ਜਾਂ ਪੁਰਾਤਨ ਜਿਹੜੇ ਵਿਦਵਾਨ ਹਨ ਉਹ ਇਹ ਕਹਿੰਦੇ ਨੇ ਕਿ ਦੁਨੀਆ ਦੇ ਵਿੱਚ 3.5 ਮਾਵਾਂ ਹੀ ਹੋਈਆਂ ਹਨ। 3.5 ਮਾਵਾਂ ਇਸ ਵਾਸਤੇ ਕਹਿੰਦੇ, ਇੱਕ ਮਾਤਾ ਹੋਈ ਹੈ ਸਤਯੁਗ ਦੇ ਸਮੇਂ ਅੰਦਰ ਭਗਤ ਧਰੂਵ ਜੀ ਦੀ, ਜਿਹਨੇ ਆਪਣੇ ਪੁੱਤਰ ਨੂੰ ਐਸਾ ਉਪਦੇਸ਼ ਦਿੱਤਾ ਜਿਹੜਾ ਕਿ ਆਪਾਂ ਸੁਣ ਰਹੇ ਹਾਂ ਇੱਥੇ ਹੁਣ, ਕਿ ਪੁੱਤਰ ਰਾਜ ਤਾਂ ਮਿਲਦੇ ਹਨ ਜੇ ਨਾਮ ਜਪਿਆ ਹੋਵੇ। ਤੇ ਕਹਿੰਦੇ ਇਹ ਇੱਕ ਮਾਤਾ ਦਾ ਦਰਜਾ ਪ੍ਰਾਪਤ ਹੈ ਕਿ 5 ਸਾਲ ਦੇ ਬੱਚੇ ਨੂੰ ਹੀ ਪਰਮੇਸ਼ਰ ਦਾ ਨਾਮ ਜਪਣ ਦਾ ਤਾਂਘ ਪੈਦਾ ਕਰ ਦਿੱਤੀ ਹੈ। ਔਰ ਦੂਜਾ ਜਿਹੜਾ ਦਰਜਾ ਪ੍ਰਾਪਤ ਹੈ ਇਹ ਦੁਆਪਰ ਯੁੱਗ ਦੇ ਵਿੱਚ ਹੋਏ ਰਾਮ ਜੀ ਤੇ ਲਛਮਣ ਜੀ ਜਿਹੜੇ ਹਨ ਉਹਨਾਂ ਦੀ ਮਾਤਾ ਨੂੰ ਹੈ। ਕਿਉਂਕਿ ਲਛਮਣ ਦੀ ਮਾਤਾ ਨੇ ਜਦੋਂ ਤੁਰਨ ਲੱਗੇ ਸੀ ਬਨਵਾਸ 'ਤੇ, ਔਰ ਇੱਕ ਗੱਲ ਕਹੀ ਸੀ, ਪੁੱਤਰ ਆਪਣੇ ਭਰਾ ਦੀ ਜਿਹੜੀ ਘਰਵਾਲੀ ਹੈ ਉਹਨੂੰ ਮਾਤਾ ਸਮਾਨ ਸਮਝਣਾ, ਕਦੀ ਭੈੜੀ ਅੱਖ ਨਾ ਰੱਖਣੀ ਕਿਸੇ 'ਤੇ ਵੀ। ਅਤੇ ਕਹਿੰਦੇ ਲਛਮਣ ਜੀ ਨੇ ਉਹ ਜਿਹੜੀ ਸਿੱਖਿਆ ਧਾਰਨ ਕੀਤੀ ਅਤੇ ਉਹਨਾਂ ਨੂੰ ਹਮੇਸ਼ਾ ਹੀ 6 ਜਤੀਆਂ ਦੇ ਵਿੱਚ ਗਿਣਿਆ ਜਾਂਦਾ ਹੈ। 6 ਜਤੀਆਂ ਦੇ ਵਿੱਚ ਲਛਮਣ ਜੀ ਦਾ ਨਾਮ ਪਹਿਲੇ ਹੈ। ਤੀਸਰਾ ਦਰਜਾ ਕਿਹਨੂੰ ਪ੍ਰਾਪਤ ਹੈ ਮਾਤਾ ਦਾ, ਉਹ ਹੈ ਬਾਬਾ ਫਰੀਦ ਸਾਹਿਬ ਦੀ ਮਾਤਾ ਨੂੰ, ਜਿਹਨੇ ਬਾਬਾ ਫਰੀਦ ਸਾਹਿਬ ਜੀ ਨੂੰ ਪੱਕੇ ਨਵਾਜੀ ਖੁਦਾ ਦੇ ਬਣਾ ਦਿੱਤਾ। ਉਹਨਾਂ ਦੇ ਮੁਸੱਲੇ ਥੱਲੇ ਕਦੀ ਸ਼ੱਕਰ ਦੀ ਪੁੜੀ, ਕਦੀ ਮਿਸ਼ਰੀ, ਕਦੀ ਕੋਈ ਚੀਜ਼ ਰੱਖ ਕਰਕੇ ਲਾਲਚ ਦੇ ਕਰਕੇ ਪਰਮੇਸ਼ਰ ਦੇ ਨਾਮ ਦੇ ਰਸੀਏ ਬਣਾਇਆ। ਔਰ ਇੱਕ ਦਿਨ ਐਸਾ ਸਮਾਂ ਆਇਆ, ਕਹਿਣ ਲੱਗੇ, ਫਰੀਦਾ ਸ਼ੱਕਰ ਖੰਡ ਨਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਸਾਰਾ ਕੁਝ ਮਿੱਠਾ ਹੈ, ਸ਼ੱਕਰ ਵੀ ਮਿੱਠੀ ਹੈ, ਖੰਡ ਵੀ ਮਿੱਠੀ ਹੈ, ਨਿਵਾਤ ਮਿਸ਼ਰੀ ਵੀ ਮਿੱਠੀ ਹੈ, ਗੁੜ ਵੀ ਮਿੱਠਾ ਹੈ, ਔਰ ਮਾਖਿਓ ਜਿਹੜਾ ਸ਼ਹਿਦ ਉਹ ਵੀ ਮਿੱਠਾ, ਔਰ ਮੱਝਾਂ ਦਾ ਦੁੱਧ ਵੀ ਮਿੱਠਾ। ਪਰ ਸਭ ਮਿੱਠੀਆਂ ਚੀਜ਼ਾਂ ਨੇ, ਪਰ ਪਰਮੇਸ਼ਰ ਦੇ ਨਾਮ ਤੱਕ ਨਹੀਂ ਪੁੱਜ ਸਕਦੀਆਂ। ਅੱਧਾ ਦਰਜਾ ਪ੍ਰਾਪਤ ਹੈ ਰਾਜਾ ਗੋਪੀ ਚੰਦ ਹੋਇਆ, ਉਹਨਾਂ ਦੀ ਮਾਤਾ ਨੂੰ ਪਹਿਲਾਂ ਉਪਦੇਸ਼ ਦਿੱਤਾ ਕਿ ਪੁੱਤਰ ਜਾ ਜਾ ਕੇ ਤਪੱਸਿਆ ਕਰ। ਜਦੋਂ ਤੁਰਨ ਲੱਗਾ ਘਰ ਤੋਂ, ਉਦੋਂ ਅੱਖਾਂ ਦੇ ਵਿੱਚੋਂ ਨੇਤਰਾਂ ਵਿੱਚੋਂ ਗਲੇਡੂ ਵਹਿ ਤੁਰੇ ਮੋਹ ਕਰਕੇ। ਸੋ ਇਸ ਕਰਕੇ ਅੱਧਾ ਦਰਜਾ ਜਿਹੜਾ ਹੈ ਉਹ ਗੋਪੀ ਚੰਦ ਦੀ ਮਾਤਾ ਨੂੰ ਪ੍ਰਾਪਤ, ਇਸ ਕਰਕੇ 3.5 ਮੰਨਦੇ ਹਨ। ਪਰ ਸਾਧ ਸੰਗਤ ਜੀ, ਸਿੱਖ ਇਤਿਹਾਸ ਵਿੱਚ ਬੇਅੰਤ ਐਸੀਆਂ ਮਤਾਵਾਂ ਮਹਾਨ ਕਰਨੀ ਵਾਲੀਆਂ, ਜਿਨ੍ਹਾਂ ਦੇ ਚਰਨਾਂ 'ਤੇ ਸਿਰ ਝੁਕਦਾ ਹੈ, ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ, ਆਪਣੇ ਬੱਚਿਆਂ ਨੂੰ ਧੰਨ ਸਤਿਗੁਰੂ ਦੀ ਸਿੱਖੀ ਦ੍ਰਿੜ ਕਰਵਾਈ। ਔਰ ਉਹ ਭਾਵੇਂ ਸ਼ਹੀਦੀਆਂ ਵੀ ਪ੍ਰਾਪਤ ਕਰ ਗਏ ਅੱਖਾਂ ਦੇ ਸਾਹਮਣੇ, ਤਾਂ ਵੀ ਡੋਲੀਆਂ ਨਹੀਂ। ਬੇਅੰਤ ਐਸੀਆਂ ਮਤਾਵਾਂ ਹਨ। ਸੋ ਮਾਤਾ ਨੇ ਫਿਰ ਬੱਚੇ ਨੂੰ, ਆਪਣੇ ਭਗਤ ਧਰੂ ਨੂੰ ਉਪਦੇਸ਼ ਦਿੱਤਾ ਕਿ ਪੁੱਤਰ ਪਰਮੇਸ਼ਰ ਅਰਾਧੀਐ, ਜਿੱਦੂ ਹੋਈਐ ਪਤਿਤ ਪੁਨੀਤਾ। ਪਰਮੇਸ਼ਰ ਦੇ ਨਾਮ ਜਪਣ ਕਰਕੇ ਹੀ ਪਾਪ ਧੁੱਪਦੇ ਹਨ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਇਹ ਨਾਮ ਦੀ ਰੰਗ ਚੜ੍ਹਨ ਕਰਕੇ ਹੀ ਪਾਪ ਧੁੱਪਦੇ ਹਨ। ਨਾਮ ਜਪਣ ਵਾਲੇ ਸਤ ਸੰਗਤ ਜੀ ਰਾਜ ਭਾਗ ਤਖਤ ਪ੍ਰਾਪਤ ਕਰਦੇ ਹਨ। ਭਗਤਾਂ ਨੂੰ ਹੀ ਇਹ ਵੱਡੀਆਂ ਪਦਵੀਆਂ ਪ੍ਰਾਪਤ ਹੁੰਦੀਆਂ ਹਨ। ਭਗਤ ਜਿਹੜੇ ਹੁੰਦੇ ਉਹ ਪ੍ਰਮਾਤਮਾ ਦੇ ਨਾਮ ਦੇ ਸਤ ਸੰਗਤ ਜੀ ਰਸ ਦੇ ਵਿੱਚ ਲੀਨ ਰਹਿੰਦੇ ਹਨ। ਇਸ ਕਰਕੇ ਭਗਤੀ ਕਰਨ ਵਾਲੇ ਬਹੁਤੀ ਗੱਲ ਤਾਂ ਇਹ ਹੁੰਦੀ, ਕਦੇ ਰਾਜ ਭਾਗ ਦੀ ਇੱਛਾ ਹੀ ਨਹੀਂ ਕਰਦੇ। ਉਹ ਤਾਂ ਇਹ ਗੱਲ ਕਹਿੰਦੇ ਨੇ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ ਨਾ ਸਾਨੂੰ ਰਾਜ ਚਾਹੀਦਾ, ਮੁਕਤੀ ਵੀ ਨਹੀਂ ਚਾਹੀਦੀ ਸਾਨੂੰ। ਅਸੀਂ ਤਾਂ ਤੇਰੇ ਚਰਨਾਂ ਦੀ ਪ੍ਰੀਤੀ ਮੰਨਣੀ ਹੈ, ਜਿਵੇਂ ਭੌਰਾ ਫੁੱਲਾਂ ਦੀ ਸੁਗੰਧੀ ਮਾਣਦਾ ਹੈ। ਅਸੀਂ ਤਾਂ ਤੇਰੇ ਚਰਨਾਂ ਤੋਂ ਰਸ ਪ੍ਰਾਪਤ ਕਰਨਾ ਮਹਾਰਾਜ, ਪ੍ਰੀਤ ਪ੍ਰਾਪਤ ਕਰਨੀ ਹੈ। ਸੋ ਜਿਹੜਾ ਭਗਤ ਹੈ ਉਹਦੀ ਮੁਕਤੀ ਇਹ ਹੁੰਦੀ, ਉਹ ਪ੍ਰਮਾਤਮਾ ਵਿੱਚ ਹੀ ਅਭੇਦ ਹੋ ਜਾਂਦਾ, ਉਹਦਾ ਹੀ ਸਰੂਪ ਬਣ ਜਾਂਦਾ ਹੈ। ਅਤੇ ਮਾਤਾ ਨੇ ਕਿਹਾ, ਬੱਚਾ ਜਾ ਕੇ ਤੂੰ ਤਪ ਕਰ। ਹੁਣ ਸਾਧ ਸੰਗਤ ਜੀ ਇਹ ਗੱਲ ਉਹਦੇ ਮਨ ਦੇ ਵਿੱਚ ਵੱਜੀ ਕਿ ਤਪੱਸਿਆ ਕਰਾਂਗਾ, ਨਾਮ ਜਪਾਂਗਾ ਅਤੇ ਮੈਨੂੰ ਰਾਜ ਮਿਲੇਗਾ ਹੈ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ।
5 ਸਾਲਾਂ ਦਾ ਬੱਚਾ ਧਰੂ ਜੀ ਬਾਹਰ ਚਲੇ ਗਏ ਘਰ ਤੋਂ। ਸਾਰਾ ਕੁਝ ਘਰ ਦੇ ਪਦਾਰਥ ਸੁੱਖ ਛੱਡ ਕਰਕੇ, ਮੋਹ ਛੱਡ ਕਰਕੇ ਤਪੱਸਿਆ ਕਰਨ ਚਲੇ ਗਏ। ਕਈ ਵਾਰੀ ਕੀ ਹੁੰਦਾ ਹੈ, ਕਹਿੰਦੇ ਬੰਦੇ ਦੇ ਸਰੀਰ 'ਤੇ ਲੱਗਾ ਹੋਇਆ ਫੱਟ ਓਨਾ ਅਸਰ ਨਹੀਂ ਕਰਦਾ ਜਿੰਨੀ ਮਨ ਦੇ ਉੱਪਰ ਲੱਗੀ ਹੋਈ ਕਿਸੇ ਦਾ ਬੋਲ ਕਬੋਲ ਭੈੜਾ ਉਹ ਚੋਟ ਕਰਦਾ ਹੈ। ਧਰੂ ਜੀ ਦੇ ਮਨ ਦੇ ਉੱਪਰ ਚੋਟ ਕੀਤੀ ਸੀ ਮਤਰੇਈ ਮਾਤਾ ਦੇ ਉਸ ਭੈੜੇ ਬੋਲ ਨੇ। ਬੋਲ ਕਿਹੜਾ ਸੀ? ਜੇ ਰਾਜੇ ਦੀ ਗੋਦੀ ਵਿੱਚ ਬੈਠਣਾ ਸੀ ਤੇ ਮੇਰੇ ਪੇਟ ਤੋਂ ਜਨਮ ਲੈਂਦਾ, ਮੇਰੀ ਕੁੱਖ ਵਿੱਚੋਂ ਆਉਂਦਾ। ਉਹ ਜਿਹੜਾ ਬੋਲ ਸੀ ਬੋਲਿਆ ਹੋਇਆ ਕਬੋਲ, ਉਹ ਭਗਤ ਧਰੂ ਦੇ ਹਿਰਦੇ ਦੇ ਵਿੱਚ ਤੀਰ ਦੀ ਤਰ੍ਹਾਂ ਖੁੱਭ ਗਿਆ ਹੈ। ਉਹਦੇ ਕਰਕੇ ਇਹ ਗੱਲ ਹੋਈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿਸੇ ਨੂੰ ਮਾੜਾ ਬੋਲ ਨਾ ਬੋਲ, ਫਿੱਕਾ ਬੋਲ ਨਾ ਕਿਸੇ ਨੂੰ ਬੋਲ, ਮਿੱਠਤ ਵਿੱਚ ਰਿਹਾ ਕਰ। ਇੱਕ ਬੋਲ ਕਰਕੇ ਹੀ ਮਹਾਭਾਰਤ ਦਾ ਯੁੱਧ ਹੋਇਆ ਹੈ। ਦ੍ਰੋਪਦੀ ਜੇ ਨਾ ਕਹਿੰਦੀ ਦੁਰਯੋਧਨ ਨੂੰ, ਅੰਨੇ ਦੇ ਅੰਨੇ ਤੇ ਕਦੀ ਯੁੱਧ ਨਹੀਂ ਸੀ ਹੋਣਾ। ਇੱਕ ਬੋਲ ਕਰਕੇ ਸਭ ਕੁਝ ਹੁੰਦਾ ਹੈ। ਬਾਹਰ ਚੱਲਿਆ ਕਰਨ ਤਪ, ਚੱਲਿਆ ਹੈ ਬਾਹਰ ਹੁਣ ਤਪੱਸਿਆ ਕਰਨ ਵਾਸਤੇ, ਘਰ-ਬਾਰ ਛੱਡ ਕਰਕੇ। ਮਨ ਬੈਰਾਗੀ ਹੋਏ ਅਤੀਤਾ, ਮਨ ਦੇ ਵਿੱਚ ਵੈਰਾਗ ਧਾਰਨ ਕੀਤਾ ਹੈ। ਸੰਸਾਰ ਤੋਂ ਅਤੀਤ ਹੋ ਕਰਕੇ, ਸਤਸੰਗ ਜੀ ਛੱਡ ਕਰਕੇ, ਮੋਹ ਨੂੰ ਨਿਰਲੇਪ ਹੋ ਕਰਕੇ ਚੱਲਿਆ ਹੈ। ਮਨ ਦੇ ਵਿੱਚ ਮੋਹ ਆਦਿਕ ਜਿਹੜੇ ਹਨ ਉਹ ਸਭ ਇਹਦੇ ਦੂਰ ਹੋ ਗਏ ਹਨ। ਜੰਗਲਾਂ ਨੂੰ ਚੱਲਿਆ, ਅੰਦਰ ਤਿਆਗ ਦਾ ਸਾਧ ਸੰਗਤ ਜੀ ਤੂਫਾਨ ਉੱਠ ਪਿਆ ਹੈ। ਨਾਰਦ ਮੁਨ ਉਪਦੇਸ਼ਿਆ, ਨਾਉ ਨਿਧਾਨ ਅਮਿਓ ਰਸ ਪੀਤਾ। ਜਦੋਂ ਭਗਤ ਰਸਤੇ ਵਿੱਚ ਤੁਰਿਆ ਜਾਵੇ ਤੇ ਰਸਤੇ ਵਿੱਚ ਉਹਨਾਂ ਨੂੰ ਨਾਰਦ ਮੁਨੀ ਜੀ ਮਿਲ ਪਏ। ਨਾਰਦ ਮੁਨੀ ਜਦੋਂ ਮਿਲੇ, ਉਹਨਾਂ ਨੇ ਪੁੱਛਿਆ, ਬਾਲਕ ਕਿੱਧਰ ਚੱਲਿਆ ਹੈ? ਕੀ ਗੱਲ ਹੈ ਤੈਨੂੰ? ਘਰੋਂ ਲੜ ਕੇ ਆਇਆ, ਕਿੱਧਰ ਚੱਲਿਆ ਹੈ? ਕਹਿਣ ਲੱਗਾ, ਮੈਂ ਪ੍ਰਮਾਤਮਾ ਦੀ ਭਗਤੀ ਕਰਨ ਚੱਲਿਆ ਹਾਂ। ਪਹਿਲਾਂ ਕਹਿੰਦੇ ਨਾਰਦ ਜੀ ਨੇ ਇਹ ਸਮਝਾਇਆ, ਬੱਚਾ ਦੇਖ, ਤੂੰ ਰਾਜ ਭਾਗ ਦੀ ਪ੍ਰਾਪਤੀ ਕਰਨ ਵਾਸਤੇ ਤਪੱਸਿਆ ਕਰਨ ਆਇਆ ਹੈ, ਤੇ ਜਦੋਂ ਕੋਈ ਭਗਤੀ ਕਰਨ ਵਾਲੇ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਦੇ ਹਿਰਦੇ ਵਿੱਚ ਬ੍ਰਹਮ ਗਿਆਨ ਪੈਦਾ ਹੋ ਜਾਂਦਾ ਤੇ ਉਹਨੂੰ ਸ਼ਤਰੂ ਮਿੱਤਰ ਸਭ ਇੱਕ ਹੀ ਹੋ ਜਾਂਦੇ ਹਨ। ਨਾ ਉਹਨੂੰ ਕੋਈ ਦੁਸ਼ਮਣ ਤੇ ਨਾ ਉਸਨੂੰ ਕੋਈ ਮਿੱਤਰ ਦੇ ਨਾਲ ਲਗਾਵ ਹੈ। ਸਭ ਕੋ ਮੀਤ ਹਮ ਆਪਣ ਜਾਨਾ, ਕਿਉਂਕਿ ਸਾਰਿਆਂ ਨੂੰ ਆਪਣਾ ਮਿੱਤਰ ਹੀ ਸਮਝੀਦਾ ਹੈ। ਫਿਰ ਬ੍ਰਹਮ ਗਿਆਨੀ ਦਾ ਕੋਈ ਦੁਸ਼ਮਣ ਨਹੀਂ ਹੁੰਦਾ, ਨਾ ਕੋਈ ਉਹਦਾ ਮਿੱਤਰ ਹੀ ਹੁੰਦਾ ਹੈ। ਸਾਰਿਆਂ ਦੇ ਆਪਣੇ ਆਪ ਨੂੰ ਸੱਜਣ ਮੰਨ ਲਈਦਾ ਹੈ। ਤੇ ਜੇਕਰ ਤੂੰ ਇਸ ਵਾਸਤੇ ਤਪ ਕਰਨ ਚੱਲਿਆ ਕਿ ਮੇਰੇ ਜਿਹੜੇ ਦੁਸ਼ਮਣ ਤੇ ਮਿੱਤਰ, ਉਹਨਾਂ ਨੂੰ ਮੈਂ ਜਿਹੜਾ ਹੈ ਰਾਜ ਪ੍ਰਾਪਤ ਕਰਾਂ, ਉਹਨਾਂ ਦੇ ਉੱਪਰ ਜਿਹੜੇ ਮੇਰੇ ਦੁਸ਼ਮਣ ਬਣੇ ਫਿਰਦੇ ਨੇ, ਤੇ ਭਗਤੀ ਕਰਕੇ ਬ੍ਰਹਮ ਗਿਆਨੀ ਹੋ ਕਰਕੇ ਇਹ ਤੇਰੇ ਮਨ ਵਿੱਚੋਂ ਖਿਆਲ ਹੀ ਉੱਡ ਜਾਏਗਾ, ਤੇ ਫਿਰ ਕੀ ਫਾਇਦਾ ਹੈ? ਇਹ ਸੋਚ ਲਾ। ਦੂਜੀ ਗੱਲ, ਇਸ ਬਹੁਤ ਕਠਿਨ ਰਸਤਾ ਹੈ, ਕੋਈ ਸੌਖਾ ਮਾਰਗ ਨਹੀਂ ਹੈ, ਕਿਉਂਕਿ ਬੱਚਿਆਂ ਦਾ ਅਕਸਰ ਸੁਭਾਅ ਹੁੰਦਾ ਕਿ ਜੇ ਸ਼ਾਮ ਨੂੰ ਰੁੱਸੇ ਨੇ ਤੇ ਸਵੇਰ ਨੂੰ ਫਿਰ ਘਰੇ ਵਾਪਸ ਆ ਜਾਂਦੇ ਨੇ। ਮਾਤਾ ਪਿਤਾ ਦੇ ਨਾਲ ਨਾਰਾਜ਼ ਹੋ ਕੇ, ਪਰਿਵਾਰ ਵਿੱਚੋਂ ਨਾਰਾਜ਼ ਹੋ ਕਰਕੇ ਆਪਣੇ ਚਾਚੇ ਤਾਇਆਂ ਕੋਲ ਜਾਂ ਕਿਸੇ ਦੋਸਤ ਮਿੱਤਰ ਕੋਲ ਰਾਤ ਕੱਟ ਆਉਣਗੇ, ਫਿਰ ਘਰ ਦੀ ਯਾਦ ਆਉਂਦੀ ਹੈ, ਮਾਤਾ ਦੀ ਯਾਦ ਆਉਂਦੀ ਹੈ, ਕਿਉਂਕਿ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਰੋਟੀ ਪਾਣੀ, ਅਕਸਰ ਹੋ ਜਾਂਦਾ ਹੈ। ਇਹ ਨਾ ਹੋਵੇ ਤੂੰ ਕੱਲ੍ਹ ਨੂੰ ਫੇਰ ਤੁਰਿਆ ਆਵੇਂ। ਇਹ ਬੜਾ ਕਠਿਨ ਮਾਰਗ ਹੈ ਪ੍ਰਭੂ ਦੀ ਭਗਤੀ ਦਾ। ਜਾਂ ਚਲਾ ਜਾ ਵਾਪਸ। ਸਾਧ ਸੰਗਤ ਜੀ ਨਹੀਂ, ਇੱਥੇ ਲਿਖਿਆ ਬਾਹਰ ਚੱਲਿਆ ਕਰਨ ਤਬ ਮਨ ਬੈਰਾਗੀ ਹੋਏ ਅਤੀਤਾ। ਇਹ ਕੋਈ ਝੂਠਾ ਜਿਹਾ ਵੈਰਾਗ ਨਹੀਂ ਹੈ। ਬਹੁਤ ਉਹਦੇ ਮਨ ਦੇ ਵਿੱਚ ਵੈਰਾਗ ਆਇਆ ਕਿ ਸੰਸਾਰ ਕੀ ਹੈ। ਇੱਥੇ ਤੇ ਲੋਕ ਜਿਹੜੇ ਹਨ ਉਹ ਮੋਹ ਦੀ ਪਕੜ ਵਿੱਚ ਹਨ। ਕਹਿਣ ਲੱਗਾ, ਨਾਰਦ ਮੁਨੀ ਜੀ, ਮੈਂ ਇਹ ਪੱਕਾ ਹੁਣ ਨਿਸ਼ਚਾ ਕਰ ਲਿਆ ਕਿ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ, ਨਾਮ ਜਪਣਾ ਹੈ। 5 ਸਾਲ ਦੀ ਉਮਰ ਹੈ ਸਾਰੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ।
ਇੱਦਾਂ ਪਰਮੇਸ਼ਰ ਦਾ ਬੱਚੇ ਨਾਮ ਜਪੋ। ਮਹਾਰਾਜ ਕਹਿੰਦੇ ਜਿਵੇਂ ਇਹਨਾਂ ਬੱਚਿਆਂ ਨੇ, ਧਰੂ ਤੇ ਪ੍ਰਹਿਲਾਦ ਜੀ ਨੇ ਜਿਵੇਂ ਨਾਮ ਜਪਿਆ ਹੈ, ਛੋਟੀਆਂ ਛੋਟੀਆਂ ਉਮਰਾਂ ਦੇ ਵਿੱਚ ਹੀ ਪਰਮੇਸ਼ਰ ਦੀ ਬੰਦਗੀ ਕੀਤੀ, ਔਰ ਛੋਟੀ ਉਮਰ ਦੇ ਵਿੱਚ ਹੀ ਪ੍ਰਮਾਤਮਾ ਨੇ ਦਰਸ਼ਨ ਵੀ ਦੇ ਦਿੱਤੇ ਉਹਨਾਂ ਨੂੰ। ਅਤੇ ਸਾਧ ਸੰਗਤ ਜੀ, ਜਿਹੜੀ ਛੋਟੀ ਉਮਰ ਹੁੰਦੀ ਹੈ ਉਹ ਖਾਣ ਪੀਣ ਦੀ ਉਮਰ ਹੁੰਦੀ ਬੱਚਿਆਂ ਦੀ। ਸੌਂ ਲਿਆ, ਖੇਡ ਲਿਆ, ਇਹੋ ਹੀ ਉਹਨਾਂ ਦੀ ਉਮਰ ਦਾ ਹਿੱਸਾ ਹੁੰਦਾ ਹੈ, ਅਤੇ ਉਹਨਾਂ ਨੂੰ ਭਗਤੀ ਕਰਨ ਦੇ ਨਾਲ ਲਗਾਵ ਕੋਈ ਨਹੀਂ ਹੈ। ਜਿੱਥੇ ਬੱਚੇ ਦੀ ਉਮਰ ਖਾਣ ਪੀਣ ਖੇਡਣ ਦੀ ਹੈ, ਉੱਥੇ ਜੇ ਬੱਚਾ ਭਗਤੀ ਕਰੇ ਤਾਂ ਉਹ ਵੀ ਬੜੀ ਸਫਲੀ ਹੁੰਦੀ। ਕਾਰਨ ਕੀ? ਕਿਉਂਕਿ ਬੱਚਿਆਂ ਦੇ ਮਨ ਦੇ ਵਿੱਚ ਕੋਈ ਕਿਸੇ ਪ੍ਰਕਾਰ ਦਾ ਸਤਸੰਗਤ ਜੀ ਵਿਕਾਰ ਵੀ ਨਹੀਂ ਹੁੰਦਾ, ਨਾ ਉਹਨਾਂ ਨੂੰ ਮੋਹ ਹੈ ਕਿਸੇ ਨਾਲ, ਨਾ ਕਿਸੇ ਉਹਨਾਂ ਨੂੰ ਕ੍ਰੋਧ ਹੈ, ਨਾ ਕਾਮ ਆਦਿ, ਕੋਈ ਉਹਨਾਂ ਦੇ ਅੰਦਰ ਐਸੀ ਹੰਕਾਰ ਦੀ ਬਿਰਤੀ ਪੈਦਾ ਵੀ ਨਹੀਂ ਹੁੰਦੀ। ਨਿਰਲੇਪ ਜਿਹਾ ਜੀਵਨ ਹੁੰਦਾ ਬੱਚੇ ਦਾ। ਜੇ ਬੱਚਾ ਬਚਪਨ ਦੇ ਵਿੱਚ ਹੀ ਪ੍ਰਮਾਤਮਾ ਦੀ ਭਗਤੀ ਕਰਨ ਲੱਗ ਪਵੇ ਤਾਂ ਉਹ ਕਿੰਨੀ ਸਫਲੀ ਹੁੰਦੀ ਹੈ। ਸੋ ਨਾਰਦ ਮੁਨੀ ਜੀ ਨੇ ਫਿਰ ਉਪਦੇਸ਼ ਦੇ ਦਿੱਤਾ। ਨਾਰਦ ਮੁਨ ਉਪਦੇਸਿਆ, ਨਾਉ ਨਿਧਾਨ ਅੰਮ੍ਰਿਉ ਰਸ ਪੀਤਾ। ਜਦੋਂ ਉਪਦੇਸ਼ ਦੇ ਦਿੱਤਾ ਗੁਰੂ ਬਣ ਕਰਕੇ, ਤੇ ਜਾ ਕੇ ਜੰਗਲ ਦੇ ਵਿੱਚ ਹੁਣ ਨਾਮ ਦਾ ਖਜ਼ਾਨਾ ਜੋ ਅੰਮ੍ਰਿਤ ਰਸ ਸੀ ਉਹਨੂੰ ਪ੍ਰਾਪਤ ਕੀਤਾ, ਪੀਤਾ, ਛਕਿਆ। ਭਾਵ ਕਿ ਬਹੁਤ ਲੰਬਾ ਸਮਾਂ ਮਨ ਚਿਤ ਇਕਾਗਰ ਕਰਕੇ ਪਰਮਾਤਮਾ ਦੀ ਭਗਤੀ ਕੀਤੀ ਹੈ। ਉਸ ਵਾਹਿਗੁਰੂ ਦੀ ਸਰਬ ਸ਼ਕਤੀਮਾਨ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਭਗਤ ਜੀ ਲੀਨ ਹੋ ਗਏ ਹਨ। ਸੋ ਜਿਵੇਂ ਉਹਨਾਂ ਦਾ ਜਿਹੜਾ ਮਨ ਸੀ ਉਹ ਜੁੜਿਆ ਰਿਹਾ ਨਾਮ ਦੇ ਖਜ਼ਾਨੇ ਦੇ ਵਿੱਚ, ਅੰਮ੍ਰਿਤ ਦੇ ਰਸ ਦੇ ਵਿੱਚ ਉਹ ਲੀਨ ਹੋਏ ਰਹੇ। ਸੋ ਸਮਾਂ ਲੰਘਿਆ, ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ। ਕਹਿੰਦੇ ਰਾਜੇ ਨੇ ਇੱਕ ਦਫਾ ਬੁਲਾਇਆ, ਕਿਉਂਕਿ ਹੁਣ ਰਾਜੇ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਵੀ ਲੋਕ ਮੈਨੂੰ ਤ੍ਰਿਗਕਾਰ ਕਹਿਣਗੇ, ਲਾਹਨਤ ਪਾਉਣਗੇ ਕਿ ਇੱਕ ਰਾਣੀ ਦੇ ਪਿੱਛੇ ਲੱਗ ਕਰਕੇ ਆਪਣੇ ਦੂਜੇ ਰਾਣੀ ਦੇ ਪੁੱਤਰ ਨੂੰ ਰਾਜ ਭਾਗ ਤੋਂ ਬਾਹਰ ਕੱਢ ਦਿੱਤਾ ਹੈ, ਵੀ ਇਹ ਇਸਤਰੀ ਦਾ ਕਹਿਣਾ ਮੰਨਦਾ ਹੈ। ਅਤੇ ਇਹ ਜਿਹੜੀ ਮਨ ਦੇ ਵਿੱਚ ਉਹਦੇ ਖਿਆਲ ਆਇਆ, ਰਾਜੇ ਉਤਾਨਪਾਦ ਦੇ, ਔਰ ਪਿੱਛੇ ਗਿਆ ਕਿ ਪੁੱਤਰ ਵਾਪਸ ਮੁੜਿਆ, ਅੱਧਾ ਰਾਜ ਭਾਗ ਮੇਰੇ ਕੋਲੋਂ ਲੈ ਲੈ। ਸਾਧ ਸੰਗਤ ਜੀ, ਹੁਣ ਭਗਤ ਧਰੂ ਸਾਹਿਬ ਕਹਿੰਦੇ ਨਹੀਂ, ਹੁਣ ਅਜੇ ਕੁਝ ਸਮਾਂ ਹੀ ਹੋਇਆ ਅਤੇ ਮੈਨੂੰ ਅੱਧਾ ਰਾਜ ਭਾਗ ਵੀ ਮਿਲਣ ਲੱਗ ਪਿਆ, ਅਤੇ ਜੇ ਮੈਂ ਵਾਹਿਗੁਰੂ ਦੀ ਲੰਬਾ ਸਮਾਂ ਭਗਤੀ ਕਰਾਂਗਾ ਤਾਂ ਕੀ ਕੁਝ ਪ੍ਰਾਪਤ ਹੋਵੇਗਾ। ਕਹਿੰਦੇ ਵਾਪਸ ਮੁੜ ਆਇਆ ਰਾਜਾ। ਫਿਰ ਸਾਧ ਸੰਗਤ ਜੀ ਕੁਝ ਸਮੇਂ ਹੋ ਗਿਆ, ਕੁਝ ਸਮੇਂ ਬਾਅਦ ਰਾਜਾ ਫਿਰ ਗਿਆ ਔਰ ਆਖਿਆ ਕਿ ਹੁਣ ਆ ਜਾ ਪੁੱਤਰ ਘਰ ਨੂੰ ਵਾਪਸ, ਤੇਰੇ ਭਰਾ ਉੱਤਮ ਨੂੰ ਵੀ ਦੈਂਤਾਂ ਨੇ ਮਾਰ ਦਿੱਤਾ ਹੈ, ਤੂੰ ਹੁਣ ਸਾਰਾ ਹੀ ਰਾਜ ਭਾਗ ਲੈ ਲੈ, ਸਾਰਾ ਹੀ ਤੇਰਾ ਹੈ ਔਰ ਰਾਜ ਭਾਗ ਕਰ। ਅਤੇ ਹੁਣ ਭਗਤ ਧਰੂ ਕਹਿੰਦਾ ਮੈਨੂੰ ਰਾਜ ਦੀ ਕੋਈ ਇੱਛਾ ਨਹੀਂ, ਮੈਂ ਰਾਜ ਹੀ ਨਹੀਂ ਕਰਨਾ। ਹੁਣ ਫੇਰ ਭਗਤੀ ਦੇ ਵਿੱਚ ਲੀਨ ਹੋ ਗਿਆ। ਐਸਾ ਸਾਧ ਸੰਗਤ ਜੀ ਪਰਮੇਸ਼ਰ ਦਾ ਨਾਮ ਜਪਿਆ, ਪਰਮਾਤਮਾ ਨੇ ਦਰਸ਼ਨ ਦਿੱਤੇ ਹਨ ਭਗਤ ਨੂੰ। ਭਗਤ ਨੂੰ ਪਰਮਾਤਮਾ ਨੇ ਦਰਸ਼ਨ ਦਿੱਤੇ ਹਨ ਔਰ ਆਖਿਆ ਬੱਚਾ ਦੱਸ ਤੇਰੀ ਕੀ ਇੱਛਾ ਹੈ, ਕਿਹਦਾ ਰਾਜ ਭਾਗ ਤੈਨੂੰ ਚਾਹੀਦਾ ਹੈ। ਅਤੇ ਭਗਤ ਸਾਹਿਬ ਕਹਿੰਦੇ ਮਹਾਰਾਜ ਮੇਰੀ ਕੋਈ ਇੱਛਾ ਨਹੀਂ ਰਹਿ ਗਈ, ਸਭ ਇੱਛਾ ਹੀ ਖਤਮ ਹੋ ਗਈਆਂ ਹਨ। ਕਿਉਂਕਿ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਸਭੇ ਇੱਛਾ ਪੂਰੀਆਂ ਪਾਇਆ ਅਗਮ ਅਪਾਰਾ। ਜਦੋਂ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਈਦਾ ਸਭ ਇੱਛਾਵਾਂ ਹੀ ਪੂਰੀਆਂ ਹੋ ਜਾਂਦੀਆਂ ਨੇ, ਕੋਈ ਇੱਛਾ ਬਾਕੀ ਰਹਿ ਨਹੀਂ ਜਾਂਦੀ ਜੀਵ ਦੀ। ਕਹਿਣ ਲੱਗੇ ਮਹਾਰਾਜ ਮੇਰੀ ਤਾਂ ਕੋਈ ਇੱਛਾ ਹੀ ਨਹੀਂ ਰਹਿ ਗਈ। ਪਰਮਾਤਮਾ ਨੇ ਕਿਹਾ ਨਹੀਂ, ਪਹਿਲਾਂ ਜਿਸ ਇੱਛਾ ਕਰਕੇ ਤੂੰ ਇਹ ਭਗਤੀ ਕੀਤੀ ਹੈ, ਨਾਮ ਜਪਿਆ ਹੈ, ਪਹਿਲਾਂ ਤੇਰੀ ਉਹ ਇੱਛਾ ਪੂਰੀ ਹੋਵੇਗੀ। ਜਾਂ ਤੂੰ ਆਪਣੇ ਪਿਤਾ ਦੇ ਰਾਜ ਭਾਗ ਨੂੰ ਸੰਭਾਲ। ਹੁਣ ਰਾਜ ਸਾਂਭਣ ਵਾਲਾ ਵੀ ਕੋਈ ਨਹੀਂ ਰਹਿ ਗਿਆ। ਦੁਨੀਆ ਦਾ ਰਾਜ ਵੀ ਸਾਧ ਸੰਗਤ ਜੀ ਭਗਤ ਜੀ ਨੇ 30,000 ਸਾਲ ਕੀਤਾ ਔਰ ਫਿਰ ਕਿਉਂਕਿ ਸਤਿਯੁਗ ਦਾ ਸਮਾਂ ਸੀ, ਇੰਨਾ ਸਮਾਂ ਉਹਨਾਂ ਨੇ ਰਾਜ ਕੀਤਾ ਔਰ ਪਰਮਾਤਮਾ ਨੇ ਫਿਰ ਅਬ ਚਲ ਰਾਜ ਕਰੋ ਨਿਤ ਨੀਤਾ,
ਅਟਲ ਪਦਵੀ ਵੀ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤੀ। ਉਹਨਾਂ ਦਾ ਇੱਕ ਆਪਣੀ ਨਗਰੀ ਹੈ, ਆਪਣੀ ਇੱਕ ਪੁਰੀ ਹੈ ਧਰੂਵ ਜੀ ਦੀ। ਉੱਥੋਂ ਦਾ ਰਾਜ ਉਹਨਾਂ ਨੂੰ ਸਦਾ ਵਾਸਤੇ ਹੀ ਦੇ ਦਿੱਤਾ ਕਿ ਸਦਾ ਹੀ ਤੁਸੀਂ ਰਹੋਗੇ। ਸੋ ਇਹ ਭਾਈ ਸਾਹਿਬ ਜੀ ਨੇ ਇੱਕ ਭਗਤ ਧਰੂਵ ਸਾਹਿਬ ਦੀ ਸਾਖੀ ਵਰਣਨ ਕੀਤੀ ਹੈ। ਪਰ ਅਖੀਰਲੀ ਪੰਕਤੀ ਦੇ ਵਿੱਚ ਕਹਿੰਦੇ ਹਨ, ਹਾਰ ਚਲੇ ਗੁਰਮੁਖ ਜਗ ਜੀਤਾ। ਸਾਧ ਸੰਗਤ ਜੀ, ਜਿਹੜੇ ਮਨਮੁਖ ਲੋਕ ਸਨ ਉਹ ਤਾਂ ਸੰਸਾਰ ਤੋਂ ਹਾਰ ਗਏ ਹਨ ਤੇ ਗੁਰਮੁਖਾਂ ਨੇ ਜਗਤ ਨੂੰ ਜਿੱਤ ਲਿਆ ਹੈ। ਇਹਦਾ ਅਰਥ ਇਹ ਵੀ ਹੈ, ਇਉਂ ਸਾਧ ਸੰਗਤ ਜੀ, ਗੁਰਮੁਖ ਜਿਹੜੇ ਹਨ ਉਹ ਆਪਣੇ ਆਪ ਨੂੰ ਹਾਰ ਕਰਕੇ, ਮਨ ਨੂੰ ਮਾਰ ਕਰਕੇ ਜਗਤ ਨੂੰ ਜਿੱਤ ਲੈਂਦੇ ਹਨ। ਮਨ ਜੀਤੈ ਜਗ ਜੀਤ। ਉਹਨਾਂ ਨੇ ਮਨ ਨੂੰ ਮਾਰਿਆ ਹੈ, ਆਪਣੀ ਹਉਮੈ ਨੂੰ ਹਰਾ ਕਰਕੇ ਹਾਰ ਚੱਲੇ ਗੁਰਮੁਖ ਜਗ ਜੀਤਾ। ਗੁਰਮੁਖਾਂ ਨੇ ਜਗਤ ਇਸ ਤਰ੍ਹਾਂ ਸਤ ਸੰਗਤ ਜੀ ਜਿੱਤ ਪ੍ਰਾਪਤ ਕੀਤੀ ਹੈ। ਜਿਵੇਂ ਭਗਤ ਧਰੂਵ ਸਾਹਿਬ ਜੀ ਨੇ ਛੋਟੀ ਜਿਹੀ ਉਮਰ ਦੇ ਵਿੱਚ ਹੀ ਪਰਮੇਸ਼ਰ ਦੀ ਬੰਦਗੀ ਕਰਕੇ, ਮਹਾਰਾਜ ਕਹਿੰਦੇ ਏਡੀ ਅਟਲ ਪਦਵੀ, ਇੰਨੇ ਹਜ਼ਾਰਾਂ ਵਰੇ ਸਾਲ ਇਸ ਧਰਤੀ ਦਾ ਰਾਜ ਭਾਗ ਵੀ ਕਮਾ ਲਿਆ। ਔਰ ਪਰਮੇਸ਼ਰ ਨੇ ਇਹ ਵੀ ਵਰ ਦਿੱਤਾ ਕਿ ਤੁਹਾਡੀ ਆਪਣੀ ਜਿਹੜੀ ਨਗਰੀ ਹੈ, ਹੁਣ ਅਸੀਂ ਇਸ਼ਾਰਾ ਕਰਕੇ ਕਹਿੰਦੇ ਉਹ ਧਰੂਵ ਤਾਰਾ ਹੈ। ਉਹ ਧਰੂਵ ਤਾਰਾ ਨਹੀਂ, ਸਾਰੇ ਤਾਰਿਆਂ ਤੋਂ ਉੱਚਾ ਇੱਕ ਤਾਰਾ ਹੈ ਜਿਹੜਾ ਕਿ ਧਰੂਵ ਦੇ ਦਰਵਾਜ਼ੇ ਦੇ ਬਾਹਰ ਚਮਕਦਾ ਹੈ। ਉਹਦੀ ਅਟਲ ਪਦਵੀ ਹੈ। ਸਤਿਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹ ਸਿਮਰਤ ਗਣਕਾ ਸੀ ਉਦਰੀ, ਤਾ ਕੋ ਜਸ ਉਰ ਧਾਰੋ। ਅਟਲ ਭਇਓ ਧਰੂਵ ਜਾਗ ਕੈ ਸਿਮਰਨ, ਆਰ ਨਿਰਭੈ ਪਦ ਪਾਇਆ। ਕਹਿਣ ਲੱਗੇ ਉਸ ਪਰਮਾਤਮਾ ਦੀ ਸ਼ਰਨ ਵਿੱਚ ਮੇਰੇ ਮਨਾ ਚੱਲ, ਜਿਹਨੂੰ ਸਿਮਰ ਕਰਕੇ ਪਾਪਣ ਗਣਕਾ ਪਾਪਣ ਵੀ ਜਿਹੜੀ ਸੀ ਉਹ ਵੀ ਤਰ ਗਈ, ਮੁਕਤ ਹੋ ਗਈ। ਉਹਦਾ ਜਸ ਆਪਣੇ ਅੰਦਰ ਧਾਰਨ ਕਰ। ਅਟਲ ਭਇਓ ਧਰੂਵ ਜਾਗ ਕੈ ਸਿਮਰਨ। ਭਗਤ ਧਰੂਵ ਪਰਮੇਸ਼ਰ ਦੇ ਸਿਮਰਨ ਕਰਕੇ ਅਟਲ ਹੋ ਗਿਆ। ਔਰ ਨਿਰਭੈ ਪਦ ਪਾਇਆ, ਔਰ ਨਿਰਭਉ ਪਦਵੀ, ਡਰ ਤੋਂ ਰਹਿਤ ਪਦਵੀ ਉਹਨਾਂ ਨੇ ਪਰਮੇਸ਼ਰ ਦੇ ਨਾਮ ਕਰਕੇ ਪ੍ਰਾਪਤ ਕੀਤੀ ਹੈ। ਇਸ ਕਰਕੇ ਹੇ ਵਾਹਿਗੁਰੂ ਦੇ ਪਿਆਰੇ, ਹੇ ਜੀਵ, ਤੈਨੂੰ ਵੀ ਰਾਜ ਮਿਲੇਗਾ, ਤੈਨੂੰ ਵੀ ਸਭ ਸੁੱਖ ਪ੍ਰਾਪਤ ਹੋਵਣਗੇ, ਤੈਨੂੰ ਵੀ ਅਟਲ ਰਾਜ ਪ੍ਰਾਪਤ ਹੋ ਸਕਦਾ ਪਰਮੇਸ਼ਰ ਦੇ ਵਿੱਚ ਲੀਨ ਹੋਣ ਦਾ। ਤੂੰ ਵੀ ਪਰਮਾਤਮਾ ਦੇ ਵਿੱਚ ਹੀ ਅਭੇਦ ਹੋ ਜਾਏਗਾ, ਸਦਾ ਵਾਸਤੇ ਤੈਨੂੰ ਰਾਜ ਮਿਲੇਗਾ। ਇਹ ਮਹਾਰਾਜ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ। ਨਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਇਹਨਾਂ ਨੇ ਛੋਟੀਆਂ ਉਮਰਾਂ ਦੇ ਬੱਚਿਆਂ ਨੇ ਹੀ ਪਰਮੇਸ਼ਰ ਦਾ ਨਾਮ ਜਪਿਆ, ਬੰਦਗੀ ਕੀਤੀ, ਤੂੰ ਵੀ ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਨਾਮ ਜਪ। ਇਹ ਸਮਾਂ ਹੈ ਤੇਰੇ ਕੋਲ। ਜੇ ਬਾਲਪਨ ਅਵਸਥਾ ਹੈ, ਜਵਾਨੀ ਹੈ, ਬੁਢੇਪਾ ਹੈ, ਹਰ ਇੱਕ ਉਮਰ ਦੇ ਵਿੱਚ ਹੀ ਆਪਣਾ ਨਾਮ ਜਪਣਾ ਚਾਹੀਦਾ ਹੈ, ਜ਼ਿੰਦਗੀ ਨੂੰ ਸਫਲ ਕਰਨਾ ਚਾਹੀਦਾ ਹੈ।